कोरोना के नवे रूप तो चिंतित कनेडा। 3 देशों के लोगों ते लगाई यात्रा की पाबंदी। कोविड-19 के ओमिक्रॉन वेरीएंट उत्ते वध रहीआं चिंतावां दे विचकार कैनेडा ने एक बार फिर पाबंदियां लगा दित्तियां ने। कैनेडा ने 3 देशों के यात्रियों उत्ते पाबंदी लगाई है। इन्हां विच मिस्र, मलावी ते नाइजीरिया शामिल ने। कैनेडा ने मिस्र, मलावी ਅਤੇ ਨਾਈਜੀਰੀਆ ਨੂੰ ਯਾਤਰਾ ਪਾਬੰਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ। ਕੈਨੇਡੀਅਨ ਸਿਹਤ ਮੰਤਰੀ ਜੀਨ ਯਵੇਸ ਡੁਕਲੋਸ ਨੇ ਕਿਹਾ ਕਿ ਓਟਾਵਾ 3 ਹੋਰ ਦੇਸ਼ਾਂ ਨੂੰ ਕਵਰ ਕਰਨ ਲਈ ਦੱਖਣੀ ਅਫਰੀਕਾ ਦੇ ਯਾਤਰੀਆਂ ਉੱਤੇ ਪਾਬੰਦੀ ਦਾ ਵਿਸਥਾਰ ਵੀ ਕਰ ਰਿਹਾ ਹੈ। ਟਰਾਂਸਪੋਰਟ ਮੰਤਰੀ ਉਮਰ ਅਲਗਬਰਾ ਨੇ ਕਿਹਾ ਕਿ ਜਿਹੜੇ ਵਿਦੇਸ਼ੀ ਨਾਗਰਿਕ ਪਿਛਲੇ 14 ਦਿਨਾਂ ਵਿੱਚ ਨਾਈਜੀਰੀਆ, ਮਲਾਵੀ ਅਤੇ ਮਿਸਰ ਗਏ ਸਨ, ਉਹਨਾਂ ਦੇ ਕੈਨੇਡਾ ਵਿੱਚ ਦਾਖਲ ਹੋਣ ਉੱਤੇ ਅਸਥਾਈ ਤੌਰ ਉੱਤੇ ਪਾਬੰਦੀ ਲਗਾਈ ਜਾਵੇਗੀ। ਡਕਲੋਸ ਨੇ ਅੱਗੇ ਕਿਹਾ ਕਿ ਸੰਯੁਕਤ ਰਾਜ ਤੋਂ ਇਲਾਵਾ ਕੈਨੇਡਾ ਤੋਂ ਬਾਹਰੋਂ ਆਉਣ ਵਾਲੇ ਸਾਰੇ ਯਾਤਰੀਆਂ ਦਾ ਹੁਣ ਕੈਨੇਡੀਅਨ ਹਵਾਈ ਅੱਡਿਆਂ ਉੱਤੇ ਨੋਵਲ ਕੋਰੋਨਾ ਵਾਇਰਸ ਬਿਮਾਰੀ ਲਈ ਟੈਸਟ ਕੀਤਾ ਜਾਵੇਗਾ, ਚਾਹੇ ਟੀਕਾਕਰਨ ਸਥਿਤੀ ਕੁਝ ਵੀ ਰਹੀ ਹੋਵੇ। ਕੈਨੇਡਾ ਦੇ ਨਵੇਂ ਰੂਪ ਨਾਲ ਪੀੜਤ 7 ਲੋਕਾਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ ਘੱਟੋ-ਘੱਟ 4 ਹਾਲ ਹੀ ਵਿੱਚ ਨਾਈਜੀਰੀਆ ਵਿੱਚ ਸਨ। ਕੈਨੇਡੀਅਨ ਸਰਕਾਰ ਨੇ ਇਹ ਵੀ ਕਿਹਾ ਕਿ ਉਹ ਕੋਵਿਡ-19 ਦੇ ਐਂਟੀਵਾਇਰਲ ਦਵਾਈਆਂ ਲਈ ਖਰੀਦ ਸਮਝੌਤੇ ਬਾਰੇ ਦਵਾਈ ਕੰਪਨੀਆਂ ਨਾਲ ਅਗਾਊਂ ਗੱਲਬਾਤ ਕਰ ਰਹੀ ਹੈ। ਡਕਲੋਸ ਨੇ ਇੱਕ ਬਰੀਫਿੰਗ ਵਿੱਚ ਦੱਸਿਆ ਕਿ ਸੰਯੁਕਤ ਰਾਜ ਤੋਂ ਇਲਾਵਾ ਕੈਨੇਡਾ ਤੋਂ ਬਾਹਰੋਂ ਆਉਣ ਵਾਲੇ ਸਾਰੇ ਹਵਾਈ ਯਾਤਰੀਆਂ ਨੂੰ ਹੁਣ 에ਅਰਪੋਰਟ ਜਿੱਥੇ ਉਹ ਕੈਨੇਡਾ ਵਿੱਚ ਉਤਰੇ ਨੇ ਟੈਸਟ ਕਰਨ ਦੀ ਜ਼ਰੂਰਤ ਹੋਵੇਗੀ। ਫਿਰ ਉਹਨਾਂ ਨੂੰ ਆਪਣੇ ਟੈਸਟ ਦੇ ਨਤੀਜੇ ਪ੍ਰਾਪਤ ਹੋਣ ਤੱਕ ਆਪਣੇ ਆਪ ਨੂੰ ਕੁਆਰੰਟਾਈਨ ਕਰਨ ਦੀ ਜ਼ਰੂਰਤ ਹੋਵੇਗੀ। ਡਕਲੋਸ ਨੇ ਕਿਹਾ ਕਿ ਲਿਬਰਲ ਸਰਕਾਰ ਇਹ ਦੇਖਣ ਲਈ 10 ਪ੍ਰਾਂਤਾਂ ਨਾਲ ਗੱਲ ਕਰੇਗੀ ਕਿ ਟੈਸਟਿੰਗ ਦੀ ਜ਼ਰੂਰਤ ਨੂੰ ਵਧਾਇਆ ਜਾ ਸਕਦਾ ਹੈ ਜੇ ਲੋੜ ਹੋਵੇ। ਦੇਸ਼ ਵਿੱਚ ਦਾਖਲ ਹੋਣ ਵਾਲੇ ਹਰੇਕ ਵਿਅਕਤੀ ਨੂੰ ਹਵਾਈ ਅਤੇ ਯੂਐਸ ਜ਼ਮੀਨੀ ਸਰਹੱਦ ਦੇ ਪਾਰ ਤੋਂ ਕਵਰ ਕਰਨ ਲਈ ਪ੍ਰਾਂਤਾਂ ਨੂੰ ਵਿਸਥਾਰ ਲਈ ਸਹਿਮਤ ਹੋਣ ਦੀ ਲੋੜ ਹੋਵੇਗੀ। ਮੰਗਲਵਾਰ ਨੂੰ ਵਿਸ਼ਵ ਸਿਹਤ ਸੰਗਠਨ WHO ਦੇ ਨਵੇਂ ਕੋਵਿਡ ਵੇਰੀਐਂਟ ਓਮਿਕਰੋਨ ਦੇ ਜਵਾਬ ਵਿੱਚ ਦੇਸ਼ਾਂ ਨੂੰ ਸ਼ਾਂਤ ਰਹਿਣ ਅਤੇ ਤਰਕਸੰਗਤ ਉਪਾਅ ਕਰਨ ਲਈ ਕਿਹਾ ਗਿਆ ਹੈ। ਅਲ ਜਜ਼ੀਰਾ ਦੀ ਰਿਪੋਰਟ ਮੁਤਾਬਕ WHO ਦੇ ਮੁਖੀ ਟੇਡਰੋਸ ਅਡਾਨੋਮ ਗੇਬਰੇਅਸਸ ਨੇ ਦੇਸ਼ ਨੂੰ ਇੱਕ ਬਰੀਫਿੰਗ ਵਿੱਚ ਕਿਹਾ, ਅਸੀਂ ਸਾਰੇ ਮੈਂਬਰ ਰਾਜਾਂ ਨੂੰ ਤਰਕਸੰਗਤ ਅਨੁਪਾਤਕ ਜੋਖਮ ਘਟਾਉਣ ਦੇ ਉਪਾਅ ਕਰਨ ਲਈ ਕਹਿੰਦੇ ਹਾਂ। ਦੱਸ ਦਈਏ ਕਿ 23 ਨਵੰਬਰ ਨੂੰ ਦੱਖਣੀ ਅਫਰੀਕਾ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਰੂਪ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਕੋਰੋਨਾ ਓਮਿਕਰੋਨ ਦੀ ਲਾਗ ਕਾਰਨ ਕਈ ਦੇਸ਼ਾਂ ਨੇ ਪਹਿਲਾਂ ਹੀ ਦੱਖਣੀ ਅਫਰੀਕਾ ਅਤੇ ਹੋਰ ਗਵਾਂਢੀ ਦੇਸ਼ਾਂ ਲਈ ਉਡਾਨਾਂ ਉੱਤੇ ਪਾਬੰਦੀ ਲਗਾ ਦਿੱਤੀ ਹੈ। ਭਾਰਤ ਵਿੱਚ ਵਧਿਆ ਓਮਿਕਰੋਨ ਦਾ ਖਤਰਾ, ਸੂਬਿਆਂ ਨੂੰ ਜਾਰੀ ਹੋਏ ਦਿਸ਼ਾ ਨਿਰਦੇਸ਼। ਵਿਸ਼ਵ ਵਿੱਚ ਕੋਰੋਨਾ ਦੇ ਨਵੇਂ ਰੂਪ ਓਮਿਕਰੋਨ ਦੇ ਵਧ ਰਹੇ ਮਾਮਲਿਆਂ ਅਤੇ ਖਤਰਿਆਂ ਦੇ ਮੱਦੇਨਜ਼ਰ ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਜਨਤਕ ਸਿਹਤ ਪ੍ਰਤੀਕਿਰਿਆ ਅਤੇ ਤਿਆਰੀ ਦੀ ਸਮੀਖਿਆ ਕਰਨ ਲਈ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਵਿਦੇਸ਼ ਮੰਤਰਾਲਾ, ਇਮੀਗ੍ਰੇਸ਼ਨ ਬਿਊਰੋ, ਸੂਬਿਆਂ ਦੇ ਹਵਾਈ ਅੱਡਿਆਂ ਦੇ ਜਨਤਕ ਸਿਹਤ ਅਧਿਕਾਰੀ ਅਤੇ ਸੂਬਾ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੋਰ ਅਧਿਕਾਰੀ ਸ਼ਾਮਲ ਹੋਏ। ਡੀਜੀ ICMR ਨੇ ਇਸ ਮੀਟਿੰਗ ਵਿੱਚ ਦੱਸਿਆ ਕਿ ਓਮਿਕਰੋਨ ਵੇਰੀਐਂਟ RT-PCR ਅਤੇ ਰੈਟ ਤੋਂ ਨਹੀਂ ਬਚਦਾ। ਇਸ ਲਈ ਸੂਬਿਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਜਲਦੀ ਤੋਂ ਜਲਦੀ ਕਿਸੇ ਵੀ ਕੇਸ ਦੀ ਪਛਾਣ ਕਰਨ ਲਈ ਟੈਸਟਿੰਗ ਵਿੱਚ ਤੇਜ਼ੀ ਲਿਆਉਣ। ਇਸ ਮੀਟਿੰਗ ਵਿੱਚ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸੂਬਿਆਂ ਨੂੰ ਕੁਝ ਦਿਸ਼ਾ ਨਿਰਦੇਸ਼ ਅਤੇ ਸਲਾਹ ਦਿੱਤੇ ਗਏ ਨੇ। ਜੋਖਮ ਸ਼੍ਰੇਣੀ ਵਾਲੇ ਦੇਸ਼ਾਂ ਤੋਂ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਨੂੰ 1 ਅਤੇ 8ਵੇਂ ਦਿਨ ਯਾਤਰੀਆਂ ਦੀ ਵਿਸ਼ੇਸ਼ ਸ਼੍ਰੇਣੀ ਦੇ ਨਮੂਨੇ ਦੀ ਜਾਂਚ ਕਰਨ ਦੀ ਲੋੜ ਹੁੰਦੀ ਹੈ। ਸੂਬਿਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਜੋਖਮ ਵਾਲੇ ਦੇਸ਼ਾਂ ਦੇ ਅੰਤਰਰਾਸ਼ਟਰੀ ਯਾਤਰੀਆਂ ਲਈ RT-PCR ਟੈਸਟ ਰਿਪੋਰਟਾਂ ਉਪਲਬਧ ਹੋਣ ਤੱਕ ਹਵਾਈ ਅੱਡਿਆਂ ਉੱਤੇ ਉਡੀਕ ਕਰਨ ਲਈ ਤਿਆਰ ਰਹਿਣ। ਜੀਨੋਮ ਸੀਕੁਐਂਸਿੰਗ ਲਈ ਸਾਰੇ ਪੋਜ਼ਿਟਿਵ ਸੈਂਪਲ ਨੂੰ ਇਨਸਾਫੋਗ ਲੈਬਾਂ ਨੂੰ ਭੇਜੋ ਜੋ ਸੂਬਿਆਂ ਨਾਲ ਮੈਪ ਕੀਤੇ ਗਏ ਨੇ। ਸੂਬਾ ਸਰਕਾਰ ਨੂੰ ਸਕਾਰਾਤਮਕ ਵਿਅਕਤੀਆਂ ਦੀ ਸੰਪਰਕ ਟ੍ਰੇਸਿੰਗ ਕਰਨੀ ਚਾਹੀਦੀ ਹੈ ਅਤੇ 14 ਦਿਨਾਂ ਲਈ ਫਾਲੋ-ਅਪ ਵੀ ਕਰਨਾ ਚਾਹੀਦਾ ਹੈ। ਸੂਬਿਆਂ ਨੂੰ ਟੈਸਟਿੰਗ ਵਧਾਉਣ ਦੀ ਸਲਾਹ ਦਿੱਤੀ ਗਈ ਹੈ। ਟੈਸਟਿੰਗ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਅਤੇ ਟੈਸਟਿੰਗ ਦਿਸ਼ਾ ਨਿਰਦੇਸ਼ਾਂ ਨੂੰ ਸਖਤੀ ਨਾਲ ਲਾਗੂ ਕਰਨਾ, ਨਾਲ ਹੀ RT-PCR ਅਨੁਪਾਤ ਨੂੰ ਕਾਇਮ ਰੱਖਦੇ ਹੋਏ ਹਰੇਕ ਜ਼ਿਲ੍ਹੇ ਵਿੱਚ ਉਚਿਤ ਟੈਸਟਿੰਗ ਨੂੰ ਯਕੀਨੀ ਬਣਾਓ।
ਰਾਜ ਸਰਕਾਰਾਂ ਨੂੰ ਹੌਟ ਸਪੌਟਸ ਦੀ ਪ੍ਰਭਾਵਸ਼ਾਲੀ ਢੰਗ ਨਾਲ ਨਿਗਰਾਨੀ ਕਰਨ ਨੂੰ ਕਿਹਾ ਗਿਆ ਹੈ। ਉਨ੍ਹਾਂ ਖੇਤਰਾਂ ਦੀ ਲਗਾਤਾਰ ਨਿਗਰਾਨੀ ਕੀਤੀ ਜਾਵੇ ਜਿੱਥੇ ਹਾਲ ਹੀ ਵਿੱਚ ਪੋਜ਼ਿਟਿਵ ਕੇਸਾਂ ਦੇ ਜ਼ਿਆਦਾ ਮਾਮਲੇ ਸਾਹਮਣੇ ਆਏ ਨੇ। ਜੀਨੋਮ ਸੀਕੁਐਂਸਿੰਗ ਲਈ ਸਾਰੇ ਸਕਾਰਾਤਮਕ ਨਮੂਨੇ ਨਿਰਧਾਰਤ ਇਨਸਾਕੋਗ ਲੈਬ ਨੂੰ ਜਲਦੀ ਭੇਜੋ। ਘਰੇਲੂ ਅਲੱਗ-ਥਲੱਗ ਮਾਮਲਿਆਂ ਦੀ ਪ੍ਰਭਾਵਸ਼ਾਲੀ ਅਤੇ ਨਿਯਮਤ ਨਿਗਰਾਨੀ, ਖਾਸ ਤੌਰ ਉੱਤੇ ਘਰੇਲੂ ਅਲੱਗ-ਥਲੱਗ ਦੌਰਾਨ ਜੋਖਮ ਵਿੱਚ ਦੇਸ਼ਾਂ ਦੇ ਯਾਤਰੀਆਂ ਦੇ ਘਰਾਂ ਵਿੱਚ ਸਰੀਰਕ ਮੁਲਾਕਾਤਾਂ, 8ਵੇਂ ਦਿਨ ਟੈਸਟ ਤੋਂ ਬਾਅਦ ਨੈਗੇਟਿਵ ਰਿਪੋਰਟ ਆਉਣ ਉੱਤੇ ਵੀ ਸੂਬਾ ਪ੍ਰਸ਼ਾਸਨ ਵੱਲੋਂ ਸਰੀਰਕ ਨਿਗਰਾਨੀ ਕੀਤੀ ਜਾਵੇਗੀ। ਸਿਹਤ ਢਾਂਚੇ ਦੀ ਉਪਲਬਧਤਾ ਲਈ ICU, 2 ਬੈੱਡ, ਵੈਂਟੀਲੇਟਰ ਆਦਿ ਦੀ ਤਿਆਰੀ ਯਕੀਨੀ ਬਣਾਈ ਜਾਵੇ। ਪੇਂਡੂ ਖੇਤਰਾਂ ਅਤੇ ਬਾਲ ਰੋਗਾਂ ਦੇ ਮਾਮਲਿਆਂ ਉੱਤੇ ਧਿਆਨ ਕੇਂਦਰਿਤ ਕਰਦੇ ਹੋਏ ECRP2 ਨੂੰ ਲਾਗੂ ਕਰੋ। ਲੌਜਿਸਟਿਕਸ, ਦਵਾਈਆਂ, 2 ਸਿਲੰਡਰਾਂ ਆਦਿ ਦੀ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਉਣ ਦੇ ਨਾਲ ਪ੍ਰਵਾਨਿਤ PSA ਪਲਾਂਟਾਂ ਨੂੰ ਤੇਜ਼ੀ ਨਾਲ ਲਾਗੂ ਕਰਨਾ। ਸਾਰੇ ਅੰਤਰਰਾਸ਼ਟਰੀ ਯਾਤਰੀਆਂ ਦੇ ਵੇਰਵਿਆਂ ਸਮੇਤ ਸਕਾਰਾਤਮਕ ਯਾਤਰੀਆਂ ਦੀ ਸੂਚੀ ਲਈ APHO ਅਤੇ 에ਅਰ ਸੁਵਿਧਾ ਪੋਰਟਲ ਨਾਲ ਤਾਲਮੇਲ ਕਰੋ ਅਤੇ ਪ੍ਰਭਾਵਸ਼ਾਲੀ ਨਿਗਰਾਨੀ ਲਈ ਉਹਨਾਂ ਦੇ ਸਮਰਥਨ ਨੂੰ ਮਜ਼ਬੂਤ ਕਰੋ। ਰਾਜ ਪ੍ਰਸ਼ਾਸਨ, BOI ਅਧਿਕਾਰੀਆਂ, APHOs, ਪੋਰਟ ਹੈਲਥ ਅਫਸਰਾਂ ਅਤੇ ਲੈਂਡ ਬਾਰਡਰ ਕ੍ਰੋਸਿੰਗ ਅਫਸਰਾਂ ਵਿਚਕਾਰ ਪ੍ਰਭਾਵਸ਼ਾਲੀ ਅਤੇ ਸਮੇਂ ਸਿਰ ਤਾਲਮੇਲ ਉੱਤੇ ਜ਼ੋਰ ਦੇਣ ਦੀ ਵੀ ਸਲਾਹ ਦਿੱਤੀ ਗਈ ਹੈ। ਦੇਸ਼ ਵਿੱਚ ਚਿੰਤਾ ਦੇ ਕਿਸੇ ਵੀ ਰੂਪ ਨੂੰ ਫੈਲਣ ਤੋਂ ਰੋਕਣ ਲਈ ਰਾਜ ਦੇ ਨਿਗਰਾਨੀ ਅਧਿਕਾਰੀਆਂ ਦੁਆਰਾ ਰੋਜ਼ਾਨਾ ਨਿਗਰਾਨੀ ਕੀਤੀ ਜਾਣੀ ਚਾਹੀਦੀ ਹੈ, ਖਾਸ ਕਰਕੇ ਜਿੱਥੋਂ ਸਕਾਰਾਤਮਕ ਮਾਮਲੇ ਸਾਹਮਣੇ ਆਏ ਨੇ। ਬਿਊਰੋ ਰਿਪੋਰਟ, TV ਪੰਜਾਬ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।